ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਇਨਸਾਈਟ ਪੰਜਾਬ ਦੇ ਦਰਸ਼ਕਾਂ ਦਾ। ਅੱਜ ਅਸੀਂ ਤੁਹਾਡੇ ਲਈ ਇੱਕ ਲੈ ਕੇ ਆਏ ਰੂਬਰੂ ਗੱਲਬਾਤ, ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਭਰਤ ਲੂੰਬਾ ਜੀ ਦੇ ਨਾਲ, ਜਿਹੜੇ ਕਿ ਇੱਕ ਕ੍ਰਿਕਟਰ ਵੀ ਰਹੇ ਨੇ ਅਤੇ ਜਿਹੜੇ CAG ਦੇ ਵਿੱਚ ਅਸਿਸਟੈਂਟ ਆਡੀਟਰ ਆਫਿਸਰ ਦੇ ਅਹੁਦੇ ਉੱਤੇ ਕਾਬਜ਼ ਵੀ ਨੇ। ਆਓ ਅਸੀਂ ਗੱਲ ਕਰਦੇ ਹਾਂ ਅਤੇ ਜਾਣਾਂਗੇ ਕਿ ਸਾਨੂੰ ਸਰਕਾਰੀ ਨੌਕਰੀ ਦੀ ਤਿਆਰੀ ਦੇ ਲਈ ਕੀ ਕਰਨਾ ਚਾਹੀਦਾ ਅਤੇ ਕੀ ਕਰਨਾ ਨਹੀਂ ਚਾਹੀਦਾ। ਸਤਿ ਸ਼੍ਰੀ ਅਕਾਲ ਸਰ, ਸਾਡੇ ਇਸ ਚੈਨਲ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਮੈਂ ਸਾਰੇ ਸਟੂਡੈਂਟਸ ਨੂੰ ਅਤੇ ਹੋਰ ਜਿਹੜੇ ਵੀ ਇਸ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਵੈਲਕਮ ਕਰਦਾ ਹਾਂ ਇਸ ਪਲੇਟਫਾਰਮ 'ਤੇ, ਜਿਹਦਾ ਕਿ ਨਾਮ ਇਨਸਾਈਟ ਪੰਜਾਬ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਇਨਸਾਈਟ ਪੰਜਾਬ ਦੇ ਨਾਲ ਕਾਫੀ ਵਧੀਆ ਅਹੁਦਿਆਂ ਦੇ ਨਾਲ ਜੁੜੇ ਹੋਏ ਸਟੂਡੈਂਟਸ, ਟੀਚਰਸ ਅਤੇ ਹੋਰ ਅਕੈਡਮੀਸ਼ੀਅਨਸ ਸਾਡੇ ਨਾਲ ਨੇ। ਅੱਜ ਮੈਨੂੰ ਆ ਮੌਕਾ ਮਿਲਿਆ ਕਿ ਮੈਂ ਵੀ ਤੁਹਾਡੇ ਰੂਬਰੂ ਹੋਵਾਂ। ਮੈਂ ਭਰਤ ਲੂੰਬਾ, ਅਸਿਸਟੈਂਟ ਆਡਿਟ ਆਫਿਸਰ ਪੰਜਾਬ, AG ਪੰਜਾਬ ਦੇ ਵਿੱਚ ਕੰਮ ਕਰ ਰਿਹਾ, ਜੋ ਕਿ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੇ ਅੰਡਰ ਹੈ। ਇਸ ਆਫਿਸ ਦਾ ਕੰਮ ਮੇਨਲੀ ਆ ਹੈ ਕਿ ਜੋ ਵੀ ਸਰਕਾਰੀ ਖਰਚੇ ਸੈਂਟਰ ਸਰਕਾਰ ਦੇ ਹੋਣ ਜਾਂ ਪੰਜਾਬ ਸਰਕਾਰ ਦੇ ਹੋਣ, ਉਹਨਾਂ ਦਾ ਆਡਿਟ ਕੀਤਾ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਜਿਹੜੇ ਕਿ ਫਾਈਨੈਂਸ਼ੀਅਲ ਖਰਚੇ ਹੋਏ ਨੇ ਉਹਨਾਂ ਦਾ ਲੇਖਾ ਜੋਖਾ ਸਰਕਾਰ ਅੱਗੇ ਪੇਸ਼ ਕੀਤਾ ਜਾਂਦਾ ਹੈ। ਅੱਜ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਇੱਕ ਓਵਰਆਲ ਗਾਈਡੈਂਸ ਪ੍ਰੋਵਾਈਡ ਕਰਨਾ ਚਾਹੁੰਦਾ ਹਾਂ ਕਿ ਵਾਟ ਸ਼ੁੱਡ ਬੀ the criteria and what should be the thought process behind preparing for a competitive exam. Firstly, ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਇੱਕ ਕੰਪੀਟੀਟਿਵ ਐਗਜ਼ਾਮ ਨੂੰ ਤਿਆਰੀ ਕਰਨ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਕਲੈਰਿਟੀ ਆਫ ਥਾਟ ਹੋਣੀ ਬੜੀ ਜ਼ਰੂਰੀ ਹੈ। ਅਸੀਂ ਜ਼ਿਆਦਾਤਰ ਯੂਥ ਨੂੰ ਅੱਜ ਦੇਖਦੇ ਹਾਂ ਕਿ ਇੱਕ ਦੂਜੇ ਦੇ ਪਿੱਛੇ ਲੱਗ ਕੇ ਉਹ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ, ਬਟ ਜਿਹੜੇ ਕਿ ਇਨੀਸ਼ੀਅਲੀ 3-4 years ਆਫ ਪ੍ਰੈਪਰੇਸ਼ਨ ਹੁੰਦੇ ਨੇ, ਵਿਚ ਆਰ ਵੈਰੀ ਇੰਪੋਰਟੈਂਟ to develop the IQ required for an officer to be in the government service, ਉਹ ਜਿਹੜੇ 3-4 ਸਾਲ ਮੁੱਢਲੇ ਨੇ ਉਹ ਵੇਸਟ ਹੋ ਜਾਂਦੇ ਨੇ ਬਿਕੋਜ਼ there is no clarity of thought inside the mind. ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਜੋ ਗਲਤੀਆਂ ਅਸੀਂ ਇਨਸਾਈਡ ਪੰਜਾਬ ਦੇ ਮੈਂਬਰਾਂ ਨੇ ਕੀਤੀਆਂ ਆਪਣੀ ਲਾਈਫ ਦੇ ਵਿੱਚ, ਜੋ ਚੀਜ਼ਾਂ ਸਿੱਖੀਆਂ, ਅਸੀਂ ਚਾਹੁੰਦੇ ਹਾਂ ਕਿ ਸਾਡੇ ਸਟੂਡੈਂਟਸ ਜਾਂ ਜਿਹੜੇ ਇਸ ਚੈਨਲ ਨੂੰ ਫੋਲੋ ਕਰਦੇ ਹਨ ਉਹ ਇਹਨਾਂ ਗਲਤੀਆਂ ਨੂੰ ਨਾ ਦੁਹਰਾਉਣ। ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕਹਾਂਗਾ ਕਿ ਆਪਣੇ ਮਨ ਦੇ ਵਿੱਚ 3 Ds ਨੂੰ ਤੁਸੀਂ ਫੋਲੋ ਕਰੋ: ਡਿਵੋਸ਼ਨ, ਡੈਡੀਕੇਸ਼ਨ ਅਤੇ ਡਿਟਰਮੀਨੇਸ਼ਨ। ਇਹਨਾਂ ਤਿੰਨਾਂ ਚੀਜ਼ਾਂ ਦਾ ਹੋਣਾ ਇੱਕ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ, ਨਾਟ ਓਨਲੀ ਫॉर योर ਕੰਪੀਟੀਟਿਵ ਐਗਜ਼ਾਮਸ ਬਟ ਆਲਸੋ ਫॉर ਟੂ ਪ੍ਰੋਗਰੈਸ ਇਨ ਯੋਰ ਲਾਈਫ ਐਜ਼ ਅ ਹਿਊਮਨ ਬੀਇੰਗ। ਇਸ ਲਈ ਮੈਂ ਤੁਹਾਨੂੰ ਅੱਜ ਦੱਸ ਰਿਹਾ ਹਾਂ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਇੱਕ ਡਿਟਰਮੀਨੇਸ਼ਨ ਲਿਆ ਕੇ ਆਪਣੇ ਘਰ ਬੈਠ ਕੇ ਸ਼ੁਰੂ ਕਰੋ। ਆਪਣੇ ਮਾਈਂਡ ਨੂੰ ਕਲੀਅਰ ਕਰੋ ਕਿ ਤੁਸੀਂ ਕਿਸ ਪੇਪਰ ਵਾਸਤੇ ਤਿਆਰੀ ਕਰਨਾ ਚਾਹੁੰਦੇ ਹੋ। ਜ਼ਿਆਦਾ ਹੌਚ-ਪੌਚ ਹੋਣ ਨਾਲ ਕੀ ਹੋਏਗਾ ਕਿ ਤੁਹਾਡੀ ਜਿਹੜਾ ਥਾਟ ਪ੍ਰੋਸੈਸ ਹੈ ਉਹ ਕਲੀਅਰ ਨਹੀਂ ਹੋਏਗਾ। ਹਰ ਕੰਪੀਟੀਟਿਵ ਐਗਜ਼ਾਮ ਦੀ ਆਪਣੀ ਰਿਕੁਆਇਰਮੈਂਟ ਹੈ, ਆਪਣਾ ਸਕਿੱਲ ਸੈੱਟ ਹੈ। ਤੁਸੀਂ ਹਰ ਇੱਕ ਐਗਜ਼ਾਮ ਨੂੰ ਬਾਰੇ ਪੜ੍ਹੋ। ਜਿਵੇਂ ਕਿ ਤੁਹਾਨੂੰ ਇਸ ਚੈਨਲ ਰਾਹੀਂ ਪਹਿਲਾਂ ਵੀ ਦੱਸਿਆ ਗਿਆ ਹੈ ਕਿ UPSC ਦੀ ਤਿਆਰੀ ਵਾਸਤੇ ਕੀ ਚੀਜ਼ ਚਾਹੀਦੀ ਹੈ, ਸਬ ਇੰਸਪੈਕਟਰ ਦੀ ਤਿਆਰੀ ਵਾਸਤੇ ਕੀ ਚੀਜ਼ ਚਾਹੀਦੀ ਹੈ, ਪੰਜਾਬ ਸਿਵਲ ਸਰਵਿਸਿਜ਼ ਦੀ ਤਿਆਰੀ ਵਾਸਤੇ ਕੀ ਚੀਜ਼ ਚਾਹੀਦੀ ਹੈ। ਇਹਨਾਂ ਤਿੰਨਾਂ ਦੇ ਸਿਲੇਬਸ ਤੁਸੀਂ ਜਿਵੇਂ ਇਹਨਾਂ ਨੂੰ ਆਪ ਗੋ ਥਰੂ ਕਰੋ, ਅਤੇ ਤਾਂ ਕਿ ਤੁਹਾਡੇ ਇੱਕ ਮਾਈਂਡ ਵਿੱਚ ਕਲੀਅਰ ਥਾਟਸ ਆਉਣੀਆਂ ਸ਼ੁਰੂ ਹੋਣਗੀਆਂ ਕਿ ਵਾਟ ਇਜ਼ ਰਿਕੁਆਇਰਡ ਟੂ ਪ੍ਰੀਪੇਅਰ ਫॉर ਥੀਸ ਐਗਜ਼ਾਮਸ। ਸੋ ਆਈ ਵਿਸ਼ ਯੂ ਆਲ ਗੁੱਡ ਲੱਕ ਐਂਡ ਆਈ ਪ੍ਰੇ ਕਿ ਤੁਹਾਨੂੰ ਇਸ ਚੈਨਲ ਦੇ ਥਰੂ ਅਸੀਂ ਤੁਹਾਡੀ ਹੈਲਪ ਕਰ ਸਕਾਂਗੇ, ਜਾਂ ਤਾਂ ਜੋ ਤੁਸੀਂ ਆਪਣੀ ਲਾਈਫ ਦੇ ਵਿੱਚ ਜੋ ਏਮ ਕਰਦੇ ਹੋ ਉਸ ਨੂੰ ਅਚੀਵ ਕਰ ਸਕੋ। ਸਤਿ ਸ਼੍ਰੀ ਅਕਾਲ। ਹਾਂਜੀ ਭਰਤ ਜੀ, ਅਸੀਂ ਥੋੜ੍ਹਾ ਜਿਹਾ ਤੁਹਾਡੇ ਤੋਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਜਿੱਦਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਕਿੰਨੇ ਵਾਰੀ ਮੇਨਸ ਲਿਖ ਚੁੱਕੇ ਹੋ UPSC ਔਰ PCS ਦਾ, ਅਤੇ ਉਸ ਦੇ ਦੌਰਾਨ ਤੁਹਾਨੂੰ ਲੱਗਦਾ ਕਿ ਵੀ ਤਿਆਰੀ ਦੇ ਦੌਰਾਨ ਕਿਸ ਤਰੀਕੇ ਨਾਲ ਇਕੱਲੀ ਸਟੱਡੀ ਨਹੀਂ, ਨਾਲ ਤੁਹਾਡੀ ਫਿਜ਼ੀਕਲ ਮਾਈਂਡ ਸੈੱਟ ਵੀ ਬਹੁਤ ਜ਼ਰੂਰੀ ਆ, ਅਤੇ ਤੁਹਾਡੀ ਫਿਜ਼ੀਕਲ ਸਿਟਿੰਗ ਜਾਂ ਤੁਸੀਂ ਮਾਈਂਡ ਨੂੰ ਕਿਸ ਤਰੀਕੇ ਨਾਲ ਇੱਕ ਜਗ੍ਹਾ ਦੇ ਉੱਤੇ ਫੋਕਸ ਕਰ ਸਕਦੇ ਹਾਂ? ਕਿਉਂਕਿ ਤੁਸੀਂ ਕ੍ਰਿਕਟ ਤੋਂ ਲੈ ਕੇ ਇੱਕ CAG ਜਿਹੜਾ ਕਿ ਇੱਕ ਬਹੁਤ ਹੀ ਮਤਲਬ ਇਹੋ ਜਿਹਾ ਅਦਾਰਾ ਜਿਸ ਦਾ ਕੰਮ ਟੈਕਨੀਕਲ ਫਾਈਲ ਵਰਕ ਜ਼ਿਆਦਾ, ਕਿਉਂਕਿ ਤੁਸੀਂ ਫਾਈਲਾਂ ਦੇ ਵਿੱਚੋਂ ਗਲਤੀਆਂ ਲੱਭ ਕੇ ਜਾਂ ਜੋ ਖਰਚੇ ਹੋਏ ਨੇ ਉਹਨਾਂ ਵਿੱਚ ਕੋਈ ਵਾਧ ਘਾਟਾ, ਅਤੇ ਤੁਸੀਂ ਕ੍ਰਿਕਟ ਤੋਂ ਇੱਕ ਗਰਾਊਂਡ ਤੋਂ ਇੱਕ ਆਫਿਸ ਤੱਕ ਕਿਵੇਂ ਆਪਦੇ ਆਪ ਨੂੰ ਮੈਨੇਜ ਕੀਤਾ ਹੋਇਆ, ਉਹਦੇ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ। ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਜੀ। ਮੈਂ ਇਹਦੇ ਬਾਰੇ ਤੁਹਾਨੂੰ ਆਹ ਕਹਾਂਗਾ ਕਿ ਲਾਈਫ ਦੇ ਵਿੱਚ ਮੈਂ ਤਾਂ ਹੀ ਪਹਿਲਾਂ ਗੱਲ ਕੀਤੀ ਹੈ ਕਲੈਰਿਟੀ ਆਫ ਥਾਟ ਇਨ ਯੋਰ ਮਾਈਂਡ। ਕਲੈਰਿਟੀ ਆਫ ਥਾਟ ਇਨ ਯੋਰ ਮਾਈਂਡ ਲੀਡਸ ਟੂ ਐਨ ਈਜ਼ੀ ਲਾਈਫ ਐਂਡ ਬ੍ਰਿੰਗਸ ਐਫੀਸ਼ੀਐਂਸੀ ਇਨ ਯੋਰ ਲਾਈਫ। ਉਹ ਅਲੱਗ ਚੀਜ਼ ਹੈ, ਤੁਸੀਂ ਕ੍ਰਿਕਟ ਖੇਡਦੇ ਹੋਵੋ, ਤੁਸੀਂ ਕਿਸੇ ਵੱਡੇ ਅਹੁਦੇ 'ਤੇ ਨੌਕਰੀ ਕਰ ਰਹੇ ਹੋ, ਤੁਸੀਂ ਚੈਲੰਜਿੰਗ ਚੀਜ਼ਾਂ ਕਰ ਰਹੇ ਹੋ ਲਾਈਫ ਦੇ ਵਿੱਚ, ਬਟ ਜਦੋਂ ਤੁਹਾਡਾ ਦਿਮਾਗ ਤੁਹਾਡੇ ਨਾਲ ਸਰੀਰ ਦੇ ਨਾਲ ਚੱਲ ਰਿਹਾ ਹੈ ਅਤੇ ਉਹ ਚੀਜ਼ ਨੂੰ ਅਚੀਵ ਕਰਨਾ ਅਤੇ ਉਹਦੇ 'ਚ ਐਫੀਸ਼ੀਐਂਸੀ ਲੈਣੀ ਸੌਖੀ ਹੋ ਜਾਂਦੀ ਹੈ।
when your body and mind are going in opposite directions, it becomes difficult and it's a challenging task to do a even simple job. ਸੋ ਇਸ ਕਰਕੇ ਮੈਂ ਕਹਾਂ ਕ੍ਰਿਕਟ ਵਿੱਚ ਕੀ ਇਹ ਚੀਜ਼ਾਂ ਮੈਂ ਲਾਈਫ 'ਚ ਸਿੱਖੀਆਂ, ਡਿਸਿਪਲਿਨ, ਡਿਟਰਮੀਨੇਸ਼ਨ ਅਤੇ ਡੈਡੀਕੇਸ਼ਨ। ਮੈਂ ਤੁਹਾਨੂੰ 3 ਚੀਜ਼ਾਂ ਦੀ ਪਹਿਲਾਂ ਵੀ ਗੱਲ ਕੀਤੀ, ਉਹ ਚੀਜ਼ਾਂ ਮੈਨੂੰ ਕ੍ਰਿਕਟ 'ਚ ਵੀ ਹੈਲਪ ਕਰਦੀਆਂ ਸੀ। ਪਰ ਕ੍ਰਿਕਟ 'ਚ ਜਦੋਂ ਮੈਨੂੰ ਇੱਕ ਸੱਟ ਲੱਗੀ ਫਿਜ਼ੀਕਲ ਅਤੇ ਮੈਨੂੰ ਇੱਕ ਸੈਟਬੈਕ ਹੋਇਆ, ਪਰ ਉਹ ਚੀਜ਼ ਨੇ ਮੈਨੂੰ ਮੈਂਟਲ ਟਫਨੈਸ ਮੇਰੀ ਉਨੀ ਹੋਰ ਵਧਾਈ ਅਤੇ ਮੈਂ ਉਹ ਚੀਜ਼ ਛੱਡ ਕੇ ਮੈਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕੀਤੀ ਅਤੇ ਮੈਂ ਅਪਾਇੰਟਮੈਂਟ ਲਿੱਤੀ। ਪਲੱਸ ਮੈਂ UPSC ਦਾ 2 ਵਾਰੀ ਮੇਨਸ ਲਿਖਿਆ, 4 ਵਾਰੀ ਮੈਂ PCS ਮੇਨਸ ਲਿਖਿਆ, 2 ਵਾਰੀ ਇੰਟਰਵਿਊ ਅਪੇਅਰ ਹੋਇਆ PCS ਦੇ ਵਿੱਚ। ਅਤੇ ਮੇਰਾ ਜੋ ਐਕਸਪੀਰੀਅੰਸ ਮੈਂ ਉਹ ਚੀਜ਼ਾਂ 'ਚ ਗੈਦਰ ਕੀਤਾ, ਮੈਂ ਤਾਂ ਹੀ ਇਸ ਮਾਧਿਅਮ ਦੇ ਥਰੂ ਜੁੜਨਾ ਚਾਹੁੰਦਾ ਅਤੇ ਤਾਂ ਕਿ ਯੂਥ ਨੂੰ ਹੈਲਪ ਕਰ ਸਕਾਂ ਕਿ ਜਿਹੜੀਆਂ ਚੀਜ਼ਾਂ ਗਲਤੀਆਂ ਅਸੀਂ ਦੁਹਰਾਈਆਂ ਲਾਈਫ ਦੇ ਵਿੱਚ, ਜਿਨ੍ਹਾਂ ਨੇ ਸਾਨੂੰ 2-3 ਸਾਲ ਪਿੱਛੇ ਰੱਖਿਆ, I want ਕਿ those 2-3 years, precious years which we wasted because we were not having clarity of thought and we were not having good guidance to achieve our target, ਮੈਂ ਚਾਹੁੰਦਾ ਹਾਂ ਕਿ ਉਹ ਜਿਹੜੇ ਬੱਚੇ, ਜਿਹੜੇ ਸਟੂਡੈਂਟ ਸਾਡੇ ਨਾਲ ਇੱਥੇ ਜੁੜਨਗੇ, ਉਹ ਜਿਹੜਾ ਪ੍ਰੈਸ਼ੀਅਸ ਟਾਈਮ ਹੈ, it is wasted। One more important thing which I would like to clarify here is ਇਹਨਾਂ ਪੇਪਰਾਂ ਦੀਆਂ ਤਿਆਰੀਆਂ ਦੇ ਵਿੱਚ it is very important ਕਿ ਤੁਸੀਂ ਕੀ ਪੜ੍ਹਦੇ ਹੋ, ਪਰ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਕੀ ਨਹੀਂ ਪੜ੍ਹਨਾ। ਜ਼ਿਆਦਾਤਰ ਕੀ ਹੁੰਦਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਟਾਈਮ ਵੇਸਟ ਕਰੀ ਜਾ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਉਨੀ ਆਊਟਪੁੱਟ ਨਹੀਂ ਦੇਣੀ। That is why again I am saying ਕਿ clarity of thought and clarity of vision will be provided through this channel. Thank you. ਹਾਂਜੀ, ਧੰਨਵਾਦ ਜੀ ਭਰਤ ਜੀ, ਤੁਸੀਂ ਸਾਡੇ ਨਾਲ ਇੰਨੀ ਵੈਲਿਊਏਬਲ ਇਨਫੋਰਮੇਸ਼ਨ ਸ਼ੇਅਰ ਕੀਤੀ। ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਭਰਤ ਜੀ ਨੇ ਕ੍ਰਿਕਟ ਦੇ ਵਿੱਚ ਮੱਲਾਂ ਮਾਰੀਆਂ ਅਤੇ ਰਣਜੀ ਟਰੋਫੀ ਵੀ ਖੇਡੀ ਅਤੇ 11 ਪੰਜਾਬ ਦੇ ਵਿੱਚ ਵੀ ਉਹ ਖੇਡੇ ਹਨ ਅਤੇ ਉਸ ਤੋਂ ਬਾਅਦ UPSC ਦੇ ਵਿੱਚ ਚੰਗਾ ਪ੍ਰਦਰਸ਼ਨ ਕਰਕੇ, PCS ਦੇ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਅੱਜ ਇੱਕ ਡਿਪਾਰਟਮੈਂਟ ਦੇ ਵਿੱਚ, CAG ਡਿਪਾਰਟਮੈਂਟ ਦੇ ਵਿੱਚ ਇੱਕ ਆਫਿਸਰ ਰੈਂਕ ਦੇ ਉੱਤੇ, ਗਜ਼ਟਡ ਆਫਿਸਰ ਰੈਂਕ ਦੇ ਉੱਤੇ ਕਾਬਜ਼ ਨੇ। ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਅਤੇ ਸਾਡੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦੀ ਸਹਾਇਤਾ ਦੇ ਲਈ ਸਾਡੇ ਨਾਲ ਤੁਸੀਂ ਸਹਿਯੋਗ ਦੇ ਰਹੇ ਹੋ। ਹਾਂਜੀ, ਵੇਖਦੇ ਰਹੋ ਜੀ ਅਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਤਾਂ ਜੋ ਹਰ ਇੱਕ ਤੱਕ ਸਾਡੀ ਆਵਾਜ਼ ਪਹੁੰਚੇ। ਥੈਂਕ ਯੂ, ਧੰਨਵਾਦ।